ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਕਿਲਾ ਆਨੰਦਗੜ੍ਹ, ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਣਵਾਇਆ ਗਿਆ ਸੀ ਤਾਂ ਕਿ ਹਿੰਦੁਸਤਾਨ ਨੂੰ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਦੁਆਰਾ ਕੀਤੇ ਹਮਲਿਆਂ ਤੋਂ ਬਚਾਇਆ ਜਾ ਸਕੇ। ਇਹ ਗੁਰੂ ਸਾਹਿਬ ਜੀ ਨੇ 5 ਕਿਲੇ ਬਣਵਾਏ ਸਨ, ਜਿਨ੍ਹਾਂ ਵਿੱਚੋਂ ਸੈਂਟਰ ਦੇ ਵਿੱਚ ਕਿਲਾ ਕੇਸਗੜ੍ਹ ਸਾਹਿਬ ਹੈ, ਜਿਸ ਨੂੰ ਹੁਣ ਤਖਤ ਦੀ ਉਪਾਧੀ ਦੇ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਾਮ ਦੇ ਨਾਲ ਵੀ ਜਾਣਦੇ ਹੋ। ਗੁਰੂ ਸਾਹਿਬ ਜੀ ਨੇ 5 ਕਿਲੇ ਬਣਵਾਏ ਸਨ। ਇਹ ਸਾਰੇ 5 ਜੋ ਕਿਲੇ ਹਨ ਅੰਦਰੋਂ ਅੰਦਰੀ ਸੁਰੰਗਾਂ ਦੇ ਨਾਲ ਕਨੈਕਟਡ ਹਨ। ਉਹ ਸੁਰੰਗਾਂ ਅੱਜ ਤੱਕ ਵੀ ਨਹੀਂ ਲੱਭੀਆਂ ਜਾ ਸਕੀਆਂ। ਪਹਾੜੀ ਰਾਜਿਆਂ ਨੇ ਗਊ ਮਾਤਾ ਦੀ ਕਸਮ ਖਾ ਕੇ ਤੇ ਮੁਗਲ ਰਾਜਿਆਂ ਨੇ ਪਵਿੱਤਰ ਕੁਰਾਨ ਸ਼ਰੀਫ ਦੀ ਕਸਮ ਖਾ ਕੇ ਤੇ ਹਵਾਲਾ ਦੇ ਕੇ ਕਿ ਅਸੀਂ ਹਮਲਾ ਨਹੀਂ ਕਰਾਂਗੇ ਤੁਹਾਡੇ ਉੱਤੇ ਤੇ ਤੁਹਾਡੀ ਫੌਜ ਉੱਤੇ, ਇਹ ਕਿਲਾ ਗੁਰੂ ਸਾਹਿਬ ਤੋਂ ਖਾਲੀ ਕਰਵਾ ਲਿਆ ਸੀ। ਪਰ ਉਹ ਆਪਣੀਆਂ ਕਸਮਾਂ ਦੇ ਉੱਤੇ ਖਰੇ ਨਹੀਂ ਉਤਰੇ ਤੇ ਪਿੱਠ ਦੇ ਉੱਤੇ ਉਹਨਾਂ ਨੇ ਵਾਰ ਕੀਤਾ ਤੇ ਜਦੋਂ ਗੁਰੂ ਸਾਹਿਬ ਚਮਕੌਰ ਸਾਹਿਬ ਨੂੰ ਜਾ ਰਹੇ ਸਨ, ਹਮਲਾ ਕੀਤਾ ਰਸਤੇ ਦੇ ਵਿੱਚ। ਕਿਲਾ ਆਨੰਦਗੜ੍ਹ ਦੀ ਬੈਕ ਸਾਈਡ ਲੈਫਟ ਸਾਈਡ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਹੈ, ਜਿਸ ਦੇ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ। ਇਹ ਗੁਰਦੁਆਰਾ ਜੋ ਹੈ ਇਹ ਭਾਈ ਜੈਤਾ ਜੀ, ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਂਕ ਦਿੱਲੀ ਤੋਂ ਅਨੰਦਪੁਰ ਸਾਹਿਬ ਵਿਖੇ ਲੈ ਕੇ ਆਏ ਸੀ, ਉਹਨਾਂ ਦਾ ਤਪ ਸਥਾਨ ਹੈ। ਆਓ ਤੁਹਾਨੂੰ ਹੁਣ ਦਰਸ਼ਨ ਕਰਵਾਉਂਦੇ ਹਾਂ। ਇਹ ਪਵਿੱਤਰ ਸਥਾਨ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਬੌਲੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਹੈ। ਉਸ ਸਮੇਂ ਇਸ ਬੌਲੀ ਦਾ ਇਸਤੇਮਾਲ ਪਾਣੀ ਦੇ ਲਈ ਕੀਤਾ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਇਹ ਕਿਲਾ ਬਣਵਾਇਆ ਸੀ। ਇਹ ਕਿਲਾ 1698 ਈਸਵੀ ਵਿੱਚ ਬਣਨਾ ਸ਼ੁਰੂ ਹੋਇਆ ਸੀ। ਇਹ ਕਿਲਾ ਦੁਸ਼ਮਣ ਦੇ ਹਮਲੇ ਸਮੇਂ ਸਭ ਤੋਂ ਮਹਿਫੂਜ਼ ਜਗ੍ਹਾ ਸੀ। ਅਨੰਦਪੁਰ ਸਾਹਿਬ ਫੌਜੀ ਪੱਖ ਤੋਂ ਸੈਂਟਰ ਸੀ। ਸ਼ਸਤਰ ਤੇ ਗੋਲਾ ਬਰੂਦ ਸਾਰਾ ਇੱਥੇ ਹੀ ਸਟਾਕ ਕੀਤਾ ਜਾਂਦਾ ਸੀ। ਇਹ ਬਣਦਾ ਲੋਹਗੜ੍ਹ ਕਿਲੇ ਵਿੱਚ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਚਲੇ ਗਏ, ਉੱਥੇ ਵੀ ਬੈਠ ਕੇ ਇਹ ਅਨੰਦਪੁਰ ਸਾਹਿਬ ਦੀਆਂ ਠੰਡੀਆਂ ਹਵਾਵਾਂ ਨੂੰ ਯਾਦ ਕਰਦੇ ਹੁੰਦੇ ਸਨ। ਇਹ ਆਨੰਦਗੜ੍ਹ ਸਾਹਿਬ ਦਾ ਕਿਲਾ ਇਸ ਪਲਾਨ ਨਾਲ ਬਣਾਇਆ ਗਿਆ ਸੀ ਕਿ ਦੁਸ਼ਮਣ ਕਿੰਨਾ ਵੀ ਬਲਵਾਨ ਹੋਵੇ, ਉਹ ਸਿੱਖਾਂ ਦਾ ਕੁਝ ਵੀ ਵਿਗਾੜ ਨਹੀਂ ਸਕੇਗਾ ਤੇ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਰਹੇ, ਇਹ ਸੱਚ ਹੀ ਆਨੰਦ ਦਾ ਘਰ ਸੀ। ਗੁਰੂ ਸਾਹਿਬ ਜਦੋਂ ਪਾਉਂਟਾ ਸਾਹਿਬ ਤੋਂ ਵਾਪਸ ਆਉਂਦੇ ਹਨ ਅਨੰਦਪੁਰ ਸਾਹਿਬ, ਤਾਂ ਸਭ ਤੋਂ ਪਹਿਲਾਂ ਆਨੰਦਗੜ੍ਹ ਸਾਹਿਬ ਦਾ ਕਿਲਾ ਹੀ ਬਣਵਾਉਂਦੇ ਹਨ। ਇਹ ਅਨੰਦਪੁਰ ਸਾਹਿਬ ਦੇ ਕਿਲਿਆਂ 'ਚੋਂ ਸਭ ਤੋਂ ਵੱਡਾ ਕਿਲਾ ਸੀ, ਸਭ ਤੋਂ ਸੁਰੱਖਿਅਤ ਸੀ। ਇਹ ਅੱਜ ਦਾ ਜੋ ਸਰੂਪ ਆਪ ਜੀ ਦੇਖਦੇ ਹੋ, ਇਹ ਬਹੁਤ ਛੋਟਾ ਹੈ। ਉਸ ਵੇਲੇ ਇਸ ਦਾ ਸਰੂਪ ਬਹੁਤ ਵੱਡਾ ਸੀ, ਪਹਾੜੀ ਵੱਡੀ ਸੀ। ਇਸ ਆਨੰਦਗੜ੍ਹ ਸਾਹਿਬ ਦੇ ਕਿਲੇ ਨੇ ਸਮੇਂ ਦੀ ਬਹੁਤ ਮਾਰਾਂ ਝੱਲੀਆਂ ਹਨ। ਗੁਰੂ ਸਾਹਿਬ ਦੇ ਜਾਣ ਮਗਰੋਂ ਵੀ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਇਸ ਨੂੰ ਉਜਾੜਨ ਵਿੱਚ ਘੱਟ ਨਹੀਂ ਕੀਤੀ। ਜੇ ਅੱਜ ਆਨੰਦਪੁਰੀ ਵਸ ਰਹੀ ਹੈ ਤਾਂ ਇਹ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਹੀ ਹਨ। ਇਹ ਕਿਲਾ ਇੱਕ ਬਹੁਤ ਵੱਡਾ ਸੀ ਤੇ ਦੂਜੀ ਗੱਲ, ਇਹ ਪਹਾੜੀ ਦੇ ਉੱਪਰ ਸੀ। ਇਸ ਦੇ 4 ਚੁਫੇਰੇ ਨੀਵੀਂ ਖੱਡ ਸੀ, ਇਸ ਕਰਕੇ ਇਸ 'ਤੇ ਹਮਲਾ ਕਰਨਾ ਸੌਖਾ ਕੰਮ ਨਹੀਂ ਸੀ। ਇਸ ਕਿਲੇ 'ਤੇ ਬਹੁਤ ਵਾਰ ਹਮਲੇ ਹੋਏ, ਪਰ ਹਰ ਵਾਰ ਦੁਸ਼ਮਣ ਨੂੰ ਮੂੰਹ ਦੀ ਖਾਣੀ ਪਈ। ਅਨੰਦਪੁਰ ਸਾਹਿਬ ਦੀ ਜਿਹੜੀ ਅਖੀਰਲੀ ਲੜਾਈ ਲੜੀ ਜਾਂਦੀ ਹੈ, ਉਹ ਇੱਥੇ ਹੀ ਲੜੀ ਗਈ ਸੀ। ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਹੈ, ਮੁਗਲਾਂ ਨੇ, ਪਹਾੜੀ ਰਾਜਿਆਂ ਨੇ, ਪਹਾੜੀਆਂ ਦੇ ਵਿੱਚ ਅਜਮੇਰ ਚੰਦ ਕਹਿਲੂਰੀਆ, ਘਮੰਡ ਚੰਦ ਕਾਂਗੜੇ ਤੋਂ, ਵੀਰ ਸਿੰਘ ਜਸਵਾਲ, ਕੁੱਲੂ ਦੇ ਰਾਜੇ, ਮੰਡੀ, ਨੂਰਪੁਰ, ਚੰਬਾ, ਬਲੇਰ, ਸ਼੍ਰੀਨਗਰ, ਬਿਜੜਵਾਲ, ਡਡਵਾਲ, ਸਾਰੇ ਹੀ ਪਹਾੜੀ ਰਾਜੇ ਇਕੱਠੇ ਹੋ ਕੇ ਆ ਗਏ। ਗੁੱਜਰ, ਰੰਗੜ ਆਲੇ ਦੁਆਲੇ ਦੇ ਤੇ ਵਜ਼ੀਰ ਖਾਨ ਨੂੰ ਇਹਦੀ ਜ਼ਿੰਮੇਵਾਰੀ ਦਿੱਤੀ ਗਈ। ਉਸਨੇ ਵੀ ਇਸ ਨੂੰ ਧਰਮ ਯੁੱਧ ਬਣਾ ਦਿੱਤਾ। ਜਿਹਾਦ ਦਾ ਨਾਰਾ ਦੇ ਕੇ ਬਹੁਤ ਵੱਡੀ ਗਿਣਤੀ ਵਿੱਚ ਫੌਜ ਇਕੱਠੀ ਕਰ ਲਈ। ਇੱਧਰ ਸਿੱਖ ਸੰਗਤਾਂ ਵੀ ਹਾੜੀ ਦੀ ਫਸਲ ਸਾਂਭ ਕੇ ਆਉਣੀਆਂ ਸ਼ੁਰੂ ਹੋ ਗਈਆਂ। ਉਸ ਵੇਲੇ ਇੱਥੇ ਸੰਗਤ ਦਾ ਬਹੁਤ ਇਕੱਠ ਸੀ। ਗੁਰੂ ਸਾਹਿਬ ਜੀ ਦਾ ਪਰਿਵਾਰ ਗੁਰੂ ਕੇ ਮਹਿਲ ਵਾਲੇ ਅਸਥਾਨ 'ਤੇ ਰਹਿੰਦਾ ਸੀ, ਪਰ ਗੁਰੂ ਸਾਹਿਬ ਬਹੁਤਾ ਸਮਾਂ ਆਨੰਦਗੜ੍ਹ ਸਾਹਿਬ ਵਿਖੇ ਹੀ ਰਹਿੰਦੇ ਸਨ। ਇੱਥੇ ਹੀ ਬਹੁਤ ਗਿਣਤੀ ਵਿੱਚ ਸੰਗਤਾਂ ਮਿਲਣ ਆਉਂਦੀਆਂ ਸਨ। ਕੇਸਗੜ੍ਹ ਸਾਹਿਬ
ਅੰਮ੍ਰਿਤ ਸੰਚਾਰ ਹੋਣ ਕਰਕੇ ਤੇ ਅੱਜ ਉੱਥੇ ਤਖਤ ਬਣ ਜਾਣ ਕਰਕੇ ਅੱਜ ਜ਼ਿਆਦਾ ਸੰਗਤਾਂ ਭਾਵੇਂ ਉੱਥੇ ਆਉਂਦੀਆਂ ਹਨ, ਪਰ ਗੁਰੂ ਸਾਹਿਬ ਜੀ ਦੇ ਸਮੇਂ ਜ਼ਿਆਦਾ ਸੰਗਤਾਂ ਆਨੰਦਗੜ੍ਹ ਸਾਹਿਬ ਆਉਂਦੀਆਂ ਸਨ। ਗੁਰੂ ਸਾਹਿਬ ਬਕਾਇਦਾ ਇੱਥੇ ਤਖਤ ਉੱਪਰ ਬੈਠਦੇ ਸਨ, ਉਹਨਾਂ ਦਾ ਦਰਬਾਰ ਲੱਗਦਾ ਸੀ, ਫਰਿਆਦੀ ਆਉਂਦੇ ਸੀ, ਸੰਗਤਾਂ ਦਰਸ਼ਨ ਕਰਨ ਆਉਂਦੀਆਂ ਸਨ। ਹਰ ਤਰ੍ਹਾਂ ਦੀ ਜੰਗੀ ਪਲੈਨਿੰਗ ਬਹੁਤਾਤ ਵਿੱਚ ਇੱਥੇ ਕਰਦੇ ਸਨ। ਜਦੋਂ ਇੱਥੇ ਘੇਰਾ ਪੈਣਾ ਸ਼ੁਰੂ ਹੋਣ ਲੱਗਾ, ਗੁਰੂ ਸਾਹਿਬ ਨੇ ਉਸ ਤੋਂ ਪਹਿਲਾਂ ਬਹੁਤਾਤ ਵਿੱਚ ਲੋਕ ਜਿਹੜੇ ਇੱਥੇ ਰਹਿਣ ਵਾਲੇ ਸੀ ਉਹਨਾਂ ਨੂੰ ਕਿਹਾ, ਤੁਸੀਂ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ। ਉਹਨਾਂ ਦੇ ਪਰਿਵਾਰਾਂ ਨੂੰ, ਜਿੰਨੇ ਕਵੀਜਨ ਸੀ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੂੰ ਇੱਥੋਂ ਭੇਜ ਦਿੱਤਾ ਗਿਆ। ਸਿਰਫ ਗੁਰੂ ਸਾਹਿਬ ਜੀ ਦਾ ਆਪਣਾ ਪਰਿਵਾਰ ਇੱਥੇ ਰਹਿ ਗਿਆ ਸੀ। ਸ਼ਸਤਰਾਂ ਦੀ ਤਿਆਰੀ ਹੋ ਚੁੱਕੀ ਹੈ, ਪਲੈਨਿੰਗ ਹੋ ਚੁੱਕੀ ਹੈ। ਵੱਖੋ ਵੱਖਰੇ ਕਿਲਿਆਂ ਵਿੱਚ ਸਿੰਘ ਨਿਯੁਕਤ ਕਰ ਦਿੱਤੇ ਗਏ ਹਨ। ਉਹਨਾਂ ਦੇ ਕੋਲ ਆਪੋ ਆਪਣੇ ਜਥੇ ਹਨ। ਗੁਰੂ ਸਾਹਿਬ ਆਪ ਆਨੰਦਗੜ੍ਹ ਬਿਰਾਜਮਾਨ ਹਨ। ਦੁਸ਼ਮਣ ਦੀ ਉਡੀਕ ਹੋ ਰਹੀ ਹੈ। ਦੁਸ਼ਮਣ ਆ ਗਿਆ ਹੈ, ਲੜਾਈ ਸ਼ੁਰੂ ਹੋ ਜਾਂਦੀ ਹੈ। ਗੁਰੂ ਸਾਹਿਬ ਆਪ ਨੁਮਾਇੰਦਗੀ ਕਰ ਰਹੇ ਹਨ। ਇਹ ਜੰਗ ਵਿੱਚ ਖਾਲਸੇ ਦਾ ਨੁਕਸਾਨ ਨਹੀਂ ਹੁੰਦਾ, ਤਕਰੀਬਨ ਦੁਸ਼ਮਣ ਦਾ ਹੀ ਨੁਕਸਾਨ ਹੁੰਦਾ ਹੈ। ਖਾਲਸਾ ਤਾਂ ਕਿਲਿਆਂ ਵਿੱਚ ਹੈ, ਖਾਲਸਾ ਤਾਂ ਉੱਚੀ ਥਾਂ ਹੈ। ਜਦੋਂ ਦੁਸ਼ਮਣ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ, ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਪਿੱਛੇ ਹੋ ਕੇ ਬੈਠ ਜਾਓ, ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਓ। ਤੇ ਬਹੁਤ ਵੱਡਾ ਘੇਰਾ ਪਾਇਆ ਗਿਆ ਤੇ ਸਾਰੀ ਅਨੰਦਪੁਰ ਸਾਹਿਬ ਦੀ ਆਵਾਜਾਈ ਰੋਕ ਦਿੱਤੀ ਗਈ। ਹੁਣ ਅਨੰਦਪੁਰ ਸਾਹਿਬ ਵਿੱਚੋਂ ਕੋਈ ਬਾਹਰ ਨਹੀਂ ਜਾ ਸਕਦਾ ਸੀ ਤੇ ਬਾਹਰੋਂ ਕੋਈ ਅੰਦਰ ਨਹੀਂ ਆ ਸਕਦਾ ਸੀ। ਦੇਖੋ, ਹੁਣ ਕਿਲ੍ਹਾ ਹੈ, ਕਿਲ੍ਹੇ ਦੇ ਵਿੱਚ ਸਿੰਘ ਹਨ, ਨਾਲ ਘੋੜੇ, ਹਾਥੀ ਤੇ ਗੁਰੂ ਸਾਹਿਬ ਦਾ ਪਰਿਵਾਰ। ਅੰਨ ਇੰਨਾ ਜ਼ਿਆਦਾ ਸਟੋਰ ਨਹੀਂ ਕੀਤਾ ਗਿਆ ਸੀ ਔਰ 8 ਮਹੀਨੇ ਤਕਰੀਬਨ ਇਹ ਘੇਰਾ ਰਿਹਾ। ਉਸ ਵੇਲੇ ਫਿਰ ਖਾਲਸੇ ਨੇ ਬਹੁਤ ਭੁੱਖਾਂ ਵੀ ਝੱਲੀਆਂ ਔਰ ਤੁਹਾਨੂੰ ਪਤਾ ਹੈ ਖਾਲਸਾ ਮੰਗਤਾ ਨਹੀਂ ਹੈ, ਮੰਗ ਕੇ ਨਹੀਂ ਖਾਂਦਾ, ਪਰ ਲੋੜ ਪੈਣ 'ਤੇ ਮਾਰ ਧਾੜ ਜ਼ਰੂਰ ਕਰਦਾ ਹੈ। ਸਿੰਘ ਇੱਥੋਂ ਜਾਂਦੇ ਹੁੰਦੇ ਸੀ। 4 ਸਿੰਘ ਜੇ ਜਾਣੇ, ਮੁਗਲਾਂ ਨੂੰ ਲੁੱਟ ਕੇ 2 ਸ਼ਹੀਦ ਹੋ ਜਾਣੇ। 2 ਜਾਣਿਆਂ ਨੇ ਕੁਝ ਅਨਾਜ ਲੈ ਕੇ ਆਉਣਾ। ਗੁਰੂ ਸਾਹਿਬ ਦਾ ਬਹੁਤ ਪਿਆਰਾ ਹਾਥੀ, ਜਿਹੜਾ ਪ੍ਰਸ਼ਾਦੀ ਹਾਥੀ ਸੀ, ਉਹ ਵੀ ਭੁੱਖ ਦੇ ਨਾਲ ਇੱਥੇ ਹੀ ਚੜ੍ਹਾਈ ਕਰ ਗਿਆ। ਸਿੱਖ ਵੀ ਇੱਥੇ ਅੰਨ ਦੀ ਥੋੜ ਦੇ ਨਾਲ ਬਹੁਤ ਬੁਰੇ ਹਾਲੀ ਸਮਾਂ ਬਤੀਤ ਕੀਤਾ। 8 ਮਹੀਨੇ ਦੇ ਘੇਰੇ ਦਾ ਇਤਿਹਾਸ ਬਹੁਤ ਲੰਬਾ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਉਹਨਾਂ ਨੇ ਝੂਠੀਆਂ ਸੌਹਾਂ ਖਾ ਕੇ, ਚਿੱਠੀਆਂ ਲਿਖ ਕੇ ਕਿਹਾ ਕਿ ਆਪ ਜੀ ਇੱਕ ਵਾਰ ਕਿਲ੍ਹਾ ਛੱਡ ਦਿਓ ਤਾਂ ਅਸੀਂ ਤੁਹਾਡੇ 'ਤੇ ਵਾਰ ਨਹੀਂ ਕਰਾਂਗੇ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਗੁਰੂ ਸਾਹਿਬ ਜਾਣਦੇ ਹਨ ਇਹ ਧੋਖੇਬਾਜ਼ ਹਨ, ਦਗੇਬਾਜ਼ ਹਨ। ਇਹਨਾਂ 'ਤੇ ਵਿਸ਼ਵਾਸ ਕਰਨਾ ਸਾਨੂੰ ਮਹਿੰਗਾ ਪਵੇਗਾ। ਪਰ ਜੋ ਪਰਮੇਸ਼ਵਰ ਦਾ ਭਾਣਾ ਸੀ ਜਾਂ ਜੋ ਸਿੱਖ ਸੰਗਤ ਦੇ ਵਿਚਾਰ ਸੀ, ਉਸ ਨੂੰ ਸਿਰ ਮੱਥੇ ਮੰਨਦਿਆਂ ਹੋਇਆਂ ਉਹਨਾਂ ਨੇ ਇੱਥੋਂ ਕੂਚ ਕਰਨ ਦਾ ਫੈਸਲਾ ਕੀਤਾ। ਮੁਗਲਾਂ ਨੇ ਪਵਿੱਤਰ ਕੁਰਾਨ ਸ਼ਰੀਫ ਦੀ ਤੇ ਪਹਾੜੀ ਰਾਜਿਆਂ ਨੇ ਗਊ ਮਾਤਾ ਦੀ ਸਹੁੰ ਖਾਧੀ ਸੀ। ਯਾਦ ਰੱਖਣਾ, ਗੁਰੂ ਸਾਹਿਬ ਨੇ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਉੱਪਰ ਚੜ੍ਹਾਈ ਨਹੀਂ ਕੀਤੀ, ਵਾਰ ਨਹੀਂ ਕੀਤਾ। ਦੁਸ਼ਮਣ ਚੜ੍ਹ ਕੇ ਆਇਆ, ਉਸ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਕੋਈ ਹੀਲਾ ਹੋਰ ਨਾ ਰਿਹਾ ਤਾਂ ਸਿਰਫ ਉਦੋਂ ਹੀ ਗੁਰੂ ਸਾਹਿਬ ਨੇ ਸ਼੍ਰੀ ਸਾਹਿਬ ਨੂੰ ਹੱਥ ਪਾਇਆ ਹੈ। ਜਿੰਨੇ ਗੁਰੂ ਸਾਹਿਬ ਜੀ ਅਮਨ ਪਸੰਦ ਸਨ, ਉਹਨਾਂ ਦੁਨੀਆ ਦੇ ਵਿੱਚ ਕੋਈ ਹੋਰ ਅਮਨ ਪਸੰਦ ਨਹੀਂ ਹੋਣਾ। ਗੁਰੂ ਸਾਹਿਬ ਨੇ ਸਿਰਫ ਚੜ੍ਹ ਕੇ ਆਏ ਦੁਸ਼ਮਣ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਚੜ੍ਹ ਕੇ ਕਦੀ ਨਹੀਂ ਗਏ। ਕਿਸੇ ਦੀ ਕਦੇ 1 ਇੰਚ ਜ਼ਮੀਨ ਵੀ ਨਹੀਂ ਦੱਬੀ। ਸਦਾ ਜ਼ੁਲਮ ਦੇ ਖਿਲਾਫ ਖੜੇ ਹੋਏ ਤੇ ਸਦਾ ਗਰੀਬਾਂ ਦੀ ਰੱਖਿਆ ਕੀਤੀ। ਗੁਰੂ ਸਾਹਿਬ ਦੇ ਜਾਣ ਮਗਰੋਂ ਇਹ ਕਿਲ੍ਹਾ ਬਿਲਕੁਲ ਤਹਿਸ ਨਹਿਸ ਕਰ ਦਿੱਤਾ ਗਿਆ। ਮਿਸਲਾਂ ਦੇ ਸਮੇਂ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਸਮੇਂ ਤੇ ਸਰਦਾਰ ਬਘੇਲ ਸਿੰਘ ਤੇ ਕਰੋੜੀ ਸਿੰਘਾਂ ਦੀ ਮਦਦ ਦੇ ਨਾਲ ਇਸ ਦੀ ਫਿਰ ਤੋਂ ਉਸਾਰੀ ਕੀਤੀ ਗਈ। ਉਸ ਤੋਂ ਬਾਅਦ ਸੇਵਾ ਸੰਭਾਲ ਸ਼ੁਰੂ ਹੋਈ। ਬਾਕੀ ਬਾਬਾ ਸੇਵਾ ਸਿੰਘ ਆਨੰਦਗੜ੍ਹ ਸਾਹਿਬ ਵਾਲਿਆਂ ਨੇ ਸੇਵਾ ਸੰਭਾਲ ਕੀਤੀ ਹੈ। ਆਨੰਦਗੜ੍ਹ ਸਾਹਿਬ ਦਾ ਕਿਲ੍ਹਾ, ਇਹਨੂੰ ਬਣਾਉਣ ਦੀ ਖਾਤਰ ਇਸ ਨੂੰ ਥੱਲਿਓਂ 18 ਫੁੱਟ ਚੌੜੀ ਜਿਹੜੀ ਨੀਂਹ ਰੱਖੀ ਗਈ, ਤਕਰੀਬਨ 32 ਲੱਖ ਇੱਟ ਉਹਦੇ ਵਿੱਚ ਲੱਗੀ। ਉਹ ਕੰਧ ਅੱਜ ਵੀ ਗੁਪਤ ਹੈ। 18,000 ਦੇ ਕਰੀਬ ਬੋਰੀ ਸੀਮੈਂਟ ਦੀ ਲੱਗੀ, 30 ਟਨ ਲੋਹਾ ਖਪਤ ਹੋਇਆ ਹੈ। ਇਸ ਦੇ ਥੱਲੇ ਇੰਨਾ ਵੱਡਾ ਸਟਰਕਚਰ ਬਣਾ ਕੇ ਅੱਜ ਇਹ ਅਸਥਾਨ ਖੜਾ ਕੀਤਾ ਗਿਆ ਹੈ। ਕੋਸ਼ਿਸ਼ ਕੀਤੀ ਗਈ ਹੈ
ਕਿ ਆਨੰਦਗੜ੍ਹ ਸਾਹਿਬ ਦਾ ਜਿੱਦਾਂ ਦਾ ਸਰੂਪ ਸੀ ਉੱਦਾਂ ਦਾ ਬਣਾਇਆ ਜਾਵੇ, ਪਰ ਉਦੋਂ ਕਿਲ੍ਹਾ ਬਹੁਤ ਵੱਡਾ ਸੀ ਅਤੇ ਹੁਣ ਇਹ ਕਿਲ੍ਹੇ ਦਾ ਸਰੂਪ ਬਹੁਤ ਛੋਟਾ ਹੈ।